ਤੇ ਜਦੋਂ ਉੱਪਰ ਦਾ ਮਾਰਿਆ ਨਾ, ਜਿਨ੍ਹਾਂ ਦੇ ਆਪਣੇ ਆਪਣੇ ਕੋਈ ਸੇਵਾ ਨੂੰ ਲੈ ਕੇ, ਕੋਈ ਕਿਸੇ ਤਰ੍ਹਾਂ ਨੂੰ ਲੈ ਕੇ ਪ੍ਰਵਾਨ ਸੀ, ਤੇ ਦਇਆ ਕੀਤੀ ਪ੍ਰਭੂ ਨੇ, ਸਭ ਨੂੰ ਮਿਲੇ। ਤੇ ਆਪ ਜੀ ਨੇ ਸਿਕੰਦਰ ਦਾ ਨਾਮ ਸੁਣਿਆ ਹੋਣਾ, ਸਿਕੰਦਰ ਸੁਣਿਆ ਵੀ, ਰਾਜਾ ਸਿਕੰਦਰ ਹੋਇਆ। ਕਹਿੰਦੇ ਉਹ ਵੀ ਉੱਥੇ ਹੈ। ਪ੍ਰਭੂ ਕਹਿੰਦੇ ਇਹਨੂੰ ਮਿਲਿਆ ਵੀ, ਹੋਰਾਂ ਦਾ ਨਾਂ ਤਾਂ ਨਹੀਂ ਚਲੋ ਲਿੱਤਾ, ਪਰ ਸਪੈਸ਼ਲ ਉਹਦਾ ਗਿਆ, ਇਹਨੂੰ ਮਿਲਿਆ। 15 ਲੱਖ ਮਰਬਾ ਉਹਨੇ 21 ਸਾਲ ਦੀ ਉਮਰ 'ਚ, 15 ਲੱਖ ਮਰਬਾ 21 ਸਾਲ ਦੀ ਉਮਰ ਦੇ ਵਿੱਚ ਫਤਿਹ ਕਰ ਲਿਆ ਸੀ। ਕਮਾਲ ਹੈ ਬਈ। ਔਰ ਆਪਣੇ ਉਮਰ ਦੇ ਵਿੱਚ ਉਹਦੇ ਵਰਗਾ ਪੂਰਾ ਇਤਿਹਾਸ ਪਤਾ ਹੈ, ਉਹਦੇ ਵਰਗਾ ਰਾਜਾ ਨਹੀਂ। ਜਗਾਰਾ ਗੁਰੂ ਗੋਬਿੰਦ 21 ਸਾਲ ਦੀ ਉਮਰ 'ਚ 15 ਲੱਖ ਮਰਬਾ ਉਹਨੇ ਫਤਿਹ ਕੀਤਾ ਵੀ ਹੈ। ਤੇ ਕਹਿੰਦੇ ਮੈਨੂੰ ਨਾ ਰੋਗ ਕੋਈ ਇਹੋ ਜਿਹਾ ਹੋ ਗਿਆ, ਉਹਨੇ ਬੜੇ ਵਾਸਤੇ ਪਾਏ ਹੋਏ, ਬੜੇ ਵਾਸਤੇ ਪਾਏ ਆਪਣੇ ਵਜ਼ੀਰ ਦੇ ਵੀ, ਯਾਰ ਮੈਨੂੰ ਬਚਾ ਲਓ। ਉਹਨੇ ਮਾਤਾ ਨੂੰ ਆਪਣੀ ਨੂੰ ਪ੍ਰੋਮਿਸ ਕੀਤਾ ਸੀ ਕਿ ਮੈਂ ਸਾਰਾ ਇੰਡੀਆ ਫਤਿਹ ਕਰਕੇ ਨਾ, ਜਿੱਤ ਕੇ ਤੇਰੇ ਕਦਮਾਂ 'ਚ ਆ ਕੇ ਮੱਥਾ ਟੇਕਣਾ। ਜੈਕਾਰਾ ਗੁਰੂ ਗੋਬਿੰਦ ਜੀ। ਉਹ ਰਹਿ ਗਿਆ ਹੈ ਤੇ ਉਹਦੀ ਨਾ ਫਤਿਹ ਤਾਂ ਕਰ ਲਿਆ ਸੀ। ਜਦੋਂ ਉਹਦੀ ਇੱਛਾ ਸੀ ਨਾ ਜਿਹੜੀ ਮਾਤਾ ਕੋਲ ਜਾਂਦੀ, ਉਹ ਕਹਿੰਦਾ ਇੱਕ ਵਾਰੀ ਮੈਨੂੰ ਬਚਾ ਲਓ ਬਈ, ਜੋ ਦਿਲ ਕਰਦਾ ਲੈ ਲਓ ਮੇਰੇ ਤੇ, ਮੈਨੂੰ ਬਚਾ ਲਓ ਇੱਕ ਵਾਰੀ, ਤੇ ਮੈਂ ਮਾਂ ਨੂੰ ਮਿਲਣਾ ਇੱਕ ਵਾਰੀ ਹੈ। ਨਹੀਂ ਗੱਲ ਬਣੀ ਹੋਈ। ਤੇ ਆਖਰ ਉਹਨੇ ਫਿਰ ਕਿਹਾ ਵਜ਼ੀਰਾਂ ਨੂੰ ਕਿ ਵੀ ਮੈਂ ਹੁਣ ਜਦੋਂ ਮੇਰਾ ਜਨਾਜ਼ਾ ਲੈ ਕੇ ਜਾਣਾ ਨਾ, ਮੇਰੇ ਨਾ ਦੋਨੇ ਹੱਥ ਜਨਾਜ਼ੇ ਤੋਂ ਬਾਹਰ ਰੱਖਣੇ ਨੇ। ਜਿਹੜਾ ਕਫਨ ਹੈ ਨਾ, ਉਹ ਸਾਰੇ ਸਰੀਰ ਤੇ ਪਾ ਦਿਓ, ਪਰ ਦੋਨੇ ਹੱਥ ਬਾਹਰ ਹੋਣੇ ਚਾਹੀਦੇ ਆ। ਉਹ ਕਹਿੰਦੇ ਇਹਦਾ ਕੀ ਰਾਜ ਹੈ? ਰਾਜੇ ਨੂੰ ਪੁੱਛਿਆ ਸਿਕੰਦਰ ਨੂੰ। ਕਹਿੰਦੇ ਰਾਜ ਇਹੀ ਆ, ਮੈਂ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਸਿਕੰਦਰ ਨੇ ਸਾਰਾ ਇੰਡੀਆ ਫਤਿਹ ਕਰ ਲਿਆ, ਅੱਜ ਖਾਲੀ ਹੱਥੀ ਚੱਲਿਆ। ਜੈਕਾਰਾ ਕ੍ਰਿਸ਼ਨ ਲੈ ਕੇ ਜਾਣਾ ਯਾਰ ਹੈ। ਭੁਲੇਖੇ ਆ ਬਈ ਆਪਣੇ, ਜੋੜ ਲਈਏ ਪ੍ਰਾਪਰਟੀਆਂ, ਕਰ ਲਈਏ ਇਸ ਤਰ੍ਹਾਂ, ਕਰ ਲਈਏ ਉਸ ਤਰ੍ਹਾਂ, ਆਪਣੇ ਕੰਮ ਆਉਣਗੇ, ਨਹੀਂ ਆਣੇ। ਸਿਕੰਦਰ ਮੈਂ ਕਹਿੰਦਾ ਵਾਸਤੇ ਪਾਉਂਦਾ ਰਿਹਾ, ਨਹੀਂ ਸੁਣੀ। ਜਦੋਂ ਆਈ ਹੈ ਨਾ, ਆਇਆ ਨਹੀਂ ਸੁਣੇਗੀ, ਫਿਰ ਖਾਲੀ ਹੱਥ ਹੀ ਗਿਆ। ਕਹਿੰਦੇ ਮੈਂ ਮੈਸੇਜ ਹੀ ਦੇ ਕੇ ਜਾਣਾ ਕਿ ਸਿਕੰਦਰ ਆਇਆ ਹੈ ਨਾ, ਖਾਲੀ ਹੱਥ ਹੀ ਗਿਆ। ਤੇ ਜਦੋਂ ਮਿਲੇ ਨਾ, ਉਹਦੇ ਨਾਲ ਉਹਦੀ ਮਾਤਾ ਵੀ ਬੈਠੀ ਆਇਆ ਹੈ। ਤੇ ਫਿਰ ਉਹਦੀ ਮਾਤਾ ਬੈਠੀ ਤੇ ਲਾਗੇ ਨਾ ਕਬਰਸਤਾਨ ਤੇ, ਜਿੱਥੇ ਉਹਦੀ ਕਬਰ, ਉਹਨੂੰ ਦਫਨਾਇਆ ਹੈ। ਕਹਿੰਦੇ ਮਾਤਾ ਤੂੰ ਸਿਕੰਦਰ ਦੀ ਯਾਦ 'ਚ ਹਜੇ ਵੀ ਬੈਠੀ ਹੈ। ਤੇ ਗੁਰੂਦੇਵ ਕਹਿੰਦੇ ਸਾਨੂੰ ਉਹ ਕਿੱਸਾ ਸੁਣਾ ਜਿਹੜਾ ਇਹਨੇ ਨਹੀਂ ਸੁਣਿਆ। ਜੈਕਾਰਾ ਗੁਰੂ ਗੋਬਿੰਦ ਜੀ। ਤੇ ਕਹਿੰਦੇ ਸਿਕੰਦਰ ਦੀ ਮਾਂ, ਜਦੋਂ ਸਿਕੰਦਰ ਮਰਿਆ ਨਾ, ਤੇ ਜਦੋਂ ਉਹਦੀ ਸਰੀਰ ਦਫਨਾਇਆ ਗਿਆ, ਤੇ ਕਹਿੰਦੇ ਰੌਲਾ ਪਾਉਣ ਡੇ ਸੀ ਬਹੁਤ ਜਣੇ, ਤੇ ਹੋਰਾਂ ਦੇ ਵੀ ਮਰੇ ਹੋਏ। ਕਹਿੰਦੇ ਜਦ ਦੇਖਿਆ ਸਿਕੰਦਰ ਮਰਿਆ, ਇਹਦੀ ਦਰਗਾਹ ਹੈ, ਇਹਦੀ ਮਾਤਾ ਹੈ, ਕਹਿੰਦੇ ਸਾਰੇ ਰੋਣੇ ਹੀ ਚੁੱਪ ਕਰ ਗਏ। ਤੇ ਉਹਦੀ ਮਾਂ ਕੱਲੀ ਉਹ ਦਵਾਈਆਂ ਪਾਉਂਦੀ ਹੈ, ਮੇਰਾ ਸਿਕੰਦਰ, ਮੇਰਾ ਸਿਕੰਦਰ। ਤੇ ਗੁਰਦੇਵ ਲਿਖਦੇ ਆ, ਗੁਰੂ ਬਖਸ਼ਿੰਦਰ ਨਾਥ ਜੀ, ਗੁਰਦੇਵ ਕਹਿੰਦੇ ਮੈਂ ਨਾ ਉੱਥੋਂ ਗੁਜ਼ਰ ਰਿਹਾ ਹੀ ਆਇਆ। ਕਹਿੰਦੇ ਮੈਂ ਕਿਹਾ ਹਾਂ ਕੀ ਹੋਇਆ ਬਈ? ਕਹਿੰਦੇ ਮੇਰਾ ਸਿਕੰਦਰ। ਕਹਿੰਦੇ ਕਿਹੜੇ ਕੰਮਾਂ 'ਚ ਪਈਆਂ ਮਾਤਾ? ਆ ਪਤਾ ਨਹੀਂ ਕਿੰਨੇ ਕੁ ਸਿਕੰਦਰ ਇੱਥੇ ਪਏ ਜੋ। ਜੈਕਾਰਾ ਗੁਰੂ ਗੋਬਿੰਦ ਜੀ। ਉਹ ਕਹਿੰਦੇ ਤੂੰ ਆਪਣੇ ਸਿਕੰਦਰ ਨੂੰ ਕੀ ਰੋਈ ਜਾਂਦੀ ਆ? ਸਾਰਾ ਸਿਕੰਦਰਾਂ ਨਾਲ ਹੀ ਭਰਿਆ ਹੋਇਆ ਆ। ਇਹ ਨਹੀਂ ਰਹਿਣੇ ਬਈ ਇਹ ਚੀਜ਼ਾਂ, ਬਸ ਉਹਦੀ ਯਾਦ ਰਹਿ ਜਾਣੀ ਹੈ। ਖਾਲੀ ਹੱਥ ਹੀ ਜਾਣਾ। ਜੋ ਜੇ ਦਾਸ ਦੇ ਉੱਤੇ ਸ਼ੱਕ ਹੈ ਨਾ, ਕਿਹੜਾ ਸਾਰੇ ਆਪਾਂ ਅਮਰ ਹੈ, ਅੱਜ ਨਹੀਂ 2 ਦਿਨ ਨੂੰ 4 ਦਿਨ ਨੂੰ
ਜਾਣਾ ਹੀ ਹੈ। ਦੇਖ ਲਿਓ ਕਿਸੇ ਨੂੰ ਜੇ ਕੋਈ ਲੈ ਕੇ ਜਾਂਦਾ ਨਾਲ ਹੈ, ਧੱਕੇ ਨਾਲ ਆਪ ਹੀ ਉਹਦੇ ਉੱਤੇ ਚਾਦਰਾਂ ਚੁਦਰਾਂ ਪਾਉਂਦੇ ਆ, ਲੈ ਲੋਈ ਦੇ ਦਈਏ ਬਈ ਠੰਡ ਲੱਗ ਜਾਓ ਬੁੜੀ ਨੂੰ ਮਾਤਾ ਨੂੰ। ਖਾਲੀ ਹੱਥ ਹੀ ਜਾਣਾ ਬਈ, ਹੋਏ ਹੋਏ ਖਾਲੀ ਹੱਥ ਹੀ ਜਾਣਾ। ਆ ਪਿੱਛੇ ਇੱਕ ਫੁੱਟਪਾਥ ਤੇ ਇੱਕ ਨਾ ਕਿਸੇ ਬਜ਼ੁਰਗ ਦੀ ਠੰਡ ਨਾਲ ਮੌਤ ਹੋ ਗਈ ਸੀ ਪਿਛਲੇ ਸਾਲ, ਤੇ ਬੜੇ ਉੱਥੇ ਪਿਆ ਰਿਹਾ ਉਹ ਜਿਹੜੇ ਕਮੇਟੀ ਵਾਲੇ ਆ ਕਾਰਪੋਰੇਸ਼ਨ ਵਾਲੇ, ਇਹਨਾਂ ਨੂੰ ਖਬਰ ਕੀਤੀ, ਬੜੀ ਦੇਰ ਬਾਅਦ ਆਏ ਹੈ, ਕਿਸੇ ਨੇ ਨਹੀਂ ਚੱਕਿਆ ਬਈ, ਹੋਏ ਹੋਏ ਕਿਸੇ ਨੇ ਨਹੀਂ ਚੱਕਿਆ। ਤੇ ਮੈਂ ਰੋਜ਼ ਹੀ ਦੇਖਦਾ ਸੀ ਉਹ ਰੱਬ 'ਚ ਭੇਜੀ ਹੋਈ ਵੈਸੇ ਰੂਹ ਹੀ, ਉਹ ਜਿੱਥੇ ਬੈਠਾ ਸੀ ਨਾ ਫੁੱਟਪਾਥ ਤੇ ਉਹਨੇ ਉਹਨਾਂ ਕੀ ਘੇਰਾ ਸਾਫ ਸੁਥਰਾ ਰੱਖਿਆ, ਉੱਥੇ ਕੰਬਲ 'ਚ ਬੈਠਾ, ਉੱਥੇ ਕੋਈ ਨਾ ਕੋਈ ਵਧੀਆ ਤੇ ਵਧੀਆ ਚੀਜ਼, ਕਿਸੇ ਨੂੰ ਵੀ ਆਵਾਜ਼ ਮਾਰ ਦੇਣਾ ਉਹਨੇ, ਮੰਗਣਾ ਨਹੀਂ, ਕਿਸੇ ਨੇ ਆਵਾਜ਼ ਮਾਰ ਦੇਣੀ, ਖਾਣਾ ਕੁਛ ਉਹਨੇ ਕਹਿਣਾ ਤੇਰੀ ਖੁਸ਼ੀ ਆ। ਤੇ ਉਹ ਜਦੋਂ ਮਰਿਆ ਨਾ, ਉਹ ਜਿਹੜੇ ਆਸ ਪਾਸ ਦੇ ਦਾ ਧਿਆਨ ਰੱਖਦੇ ਕਿਸੇ ਨੇ ਚੱਕਿਆ ਤੱਕ ਨਹੀਂ ਆਇਆ ਹੈ। ਤੇ ਉਹਦੇ ਨਾਲ ਹੱਥ ਦੇ ਵਿੱਚ ਇੱਕ ਛੋਟਾ ਜਿਹਾ ਮਣਕਾ ਹੁੰਦਾ ਸੀ, 2 ਮਣਕੇ ਹੁੰਦੇ ਸੀ, ਉਹ ਐ ਫੇਰਦਾ ਸੀ 1 2 1 2 ਹੈ, ਤੈਨੂੰ ਸਾਰਾ ਦਿਨ ਐਂ ਕਰੀ ਜਾਣਾ 1 2 1 2। ਤੇ ਉਹ ਜਦੋਂ ਉਹਨੂੰ ਕਾਰਪੋਰੇਸ਼ਨ ਵਾਲਿਆਂ ਨੇ ਚੱਕਿਆ ਨਾ, ਉਹਦੀ ਉਂਗਲੀ ਚੋਂ ਪਤਾ ਨਹੀਂ ਕੀ ਐਸੀ ਕਿਰਪਾ, ਉਹ ਨਿਕਲਿਆ ਹੀ ਨਹੀਂ ਆਇਆ। ਬੜੀ ਉਹਨਾਂ ਨੇ ਕੋਸ਼ਿਸ਼ ਕੀਤੀ, ਨਿਕਲਿਆ ਨਹੀਂ। ਤੇ ਆਖਰ ਇੱਕ ਹੋਰ ਪਰਮਾਤਮਾ ਦੀ ਰੂਹ ਆਇਆ, ਉਹ ਆਂਦਾ ਯਾਰ ਤੁਸੀਂ ਇਹਨੂੰ ਕੱਢ ਕੇ ਲੈਣਾ ਕੀ ਆਇਆ ਹੈ, ਕਹਿੰਦਾ ਜਿਹੜੇ ਇਹਦੇ ਸਾਹਾਂ 'ਚ ਹੀ ਵਸ ਗਿਆ ਉਹਦੇ ਸਰੀਰ 'ਚ ਵੀ ਵਸ ਜਾਣਾ ਜੋ ਹੈ। ਜੈਕਾਰਾ ਗੁਰੂ ਗੋਰਖਨਾਥ ਜੀ, ਕੀ ਲੈਣਾ ਕਹਿੰਦਾ ਕੱਢ ਕੇ। ਤੇ ਜਦੋਂ ਉਹਨਾਂ ਨੇ ਉਹਦਾ ਕਹਿੰਦੇ ਸੰਸਕਾਰ ਕੀਤਾ ਨਾ, ਤੇ ਸ਼ਿਵਪੁਰੀ ਦੇ ਵਿੱਚ ਅਦਰਗਾਣਾ ਮੰਦਰ ਲਾਗੇ ਸੰਸਕਾਰ ਜਦੋਂ ਕੀਤਾ, ਕਹਿੰਦੇ ਜਦ ਫੁੱਲ ਚੁਗੇ ਇੱਕ ਵੀ ਫੁੱਲ ਨਹੀਂ ਮਿਲਿਆ ਉਹਦਾ। ਜੈਕਾਰਾ ਗੁਰੂ ਗੋਰਖਨਾਥ ਜੀ, ਇੱਕ ਵੀ ਫੁੱਲ ਨਹੀਂ ਉਹਦਾ ਮਿਲਿਆ, ਸਿਰਫ ਰਾਖ ਸੀ ਤੇ ਸਿਰਫ ਉਹ ਮਾਲਾ ਮਿਲੀ ਆਇਆ ਹੈ। ਜੈਕਾਰਾ ਗੁਰੂ ਗੋਰਖਨਾਥ ਜੀ ਦਾ। ਤੇ ਕਹਿੰਦੇ ਉਹਦੇ ਨਾ 2-3 ਕੱਪੜੇ ਬੜੇ ਸਾਫ ਸੁਥਰੇ ਪਾਉਂਦਾ ਸੀ, ਕੱਪੜਿਆਂ ਦੀ ਪਰਚੀ ਇੱਕ ਕਹਿੰਦੇ ਛੋਟੀ ਜਿਹੀ ਲਿਖੀ, ਤੇ ਉਹਦੇ ਲਿਖਿਆ ਜਦੋਂ ਮੇਰੀ ਸਰੀਰ ਮੇਰਾ ਆਤਮਾ ਤੋਂ ਸਾਥ ਛੱਡ ਗਈ ਨਾ, ਤੇ ਆ ਜਿਹੜੇ ਮਣਕੇ ਆ ਨਾ, ਇਹਨੂੰ ਫੁੱਲ ਸਮਝ ਕੇ ਜਲ ਪ੍ਰਵਾਹ ਕਰਨੇ। ਜੈਕਾਰਾ ਗੁਰੂ ਗੋਰਖਨਾਥ। ਕੀ ਪਤਾ ਉਹ ਕਿਹੜਾ ਫਕੀਰ ਰਮਜਾਲਾ ਹੀ ਹੈ ਵੀ ਹੈ। ਉਹ ਫਿਰ गुलाम लिखता है, कहते वो कुछ और होते हैं अहले दिल, वो कुछ और होते हैं अहले दिल जो मजा देखते हैं इस जहान में आए हैं। वो कोई हो रही है भी ये मजा देखते हैं जहान का, की करते हैं साडे नाल है। बड़िया रवजा बई, खाली हाथ ही जाना यार। ਤੇ ਜਿੰਨਾ ਹੋ ਸਕਦਾ ਹੈ ਨਾ, ਤਨ ਤੋਂ ਕਿਸੇ ਦੀ ਸੇਵਾ ਕਰੋ, ਮਨ ਤੋਂ ਪਹਿਲਾਂ ਤਨ ਆਪ ਹੀ ਪਵਿੱਤਰ ਕਰ ਦੂਗਾ ਉਹਨੇ। ਨੀਂਦ ਨਾਲ ਉਹਨੇ ਸੋਚ ਵੀ ਤਬਦੀਲ ਕਰ ਦੇਣੀ ਹੈ। ਬਦਲੋ ਵੀ ਆਪਣੇ ਆਪ ਨੂੰ ਹੈ, ਖਾਲੀ ਹੱਥ ਹੀ ਲੰਘ ਜਾਣਾ। ਥੋੜਾ ਸਮਾਂ ਹੈ, ਕਿਸੇ ਦੀ ਆਣੀ ਹੈ। ਜੇ ਮੇਰੇ ਤੇ ਨਹੀਂ ਭਰੋਸਾ, ਬਾਕੀ ਆਪ ਜੀ ਦੇ ਕੋਈ ਬਜ਼ੁਰਗ ਵੀ ਮਰੇ ਹੋਣੇ, ਚਲੋ ਨਹੀਂ ਅੱਗੇ ਸਮਝ ਆਈ ਹੋਣੀ, ਦੇਖਿਆ ਹੋਣਾ ਕਿ ਯਾਰ ਅਸੀਂ ਤਾਂ ਪਿੱਛੇ ਖਲੋਤੇ ਹੀ, ਕੀ ਪਤਾ ਮਾਤਾ ਕੀ ਲੈ ਗਈ ਹੋਊਗੀ ਨਾਲ। ਤੇ ਇਸ ਵਾਰ ਜੇ ਕੋਈ ਜਾਂਦਾ ਵੀ ਆ ਰਿਸ਼ਤੇਦਾਰ ਚੋਂ, ਸਗੇ ਚੋਂ, ਸਪੈਸ਼ਲ ਉਹਦੇ ਹੱਥ ਖੋਲ ਕੇ ਦੇਖ ਲਿਓ ਹੈ। ਤੇ ਕੀ ਗੁਰਦੇਵ ਨੇ ਮਤ ਬਖਸ਼ਿਸ਼ ਕੀਤੀ ਸੀ, ਕਹਿੰਦੇ ਮੇਰੀ ਹਾਥੋਂ ਮੇ ਲਕੀਰੋਂ ਕੇ ਸਿਵਾ ਕੁਛ ਵੀ ਨਹੀਂ ਆਇਆ। ਮੈਨੂੰ ਕੋਈ ਪੁੱਛੇ, ਕਹਿੰਦਾ ਗੁਰਦੇਵ ਹੱਥ 'ਚ ਕੀ ਹੈ, ਮੈਂ ਕੁਛ ਨਹੀਂ। ਕਹਿੰਦੇ ਕੁਛ ਤਾਂ ਹੈ ਵੀ, ਤੁਸੀਂ ਸਾਨੂੰ ਲੱਗਿਆ ਕੁਛ ਚੱਕਿਆ, ਚੋਰ ਵੀ ਕਿਹਾ ਗਿਆ। ਮੈਂ ਕਿਹਾ ਮੇਰੀ ਹਾਥੋਂ ਮੇ ਲਕੀਰੋਂ ਕੇ ਸਿਵਾ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੁੰਦਾ, ਖਾਲੀ ਆ ਵੀ, ਤੇ ਖਾਲੀ ਜਾਣਾ ਹੈ। ਮੁੜ ਜੋ ਸੇਵਾ ਕਰੋ ਰੱਜ ਕੇ ਹੈ, ਬਜ਼ੁਰਗਾਂ ਦੀ, ਗਰੀਬਾਂ ਦੀ ਹੈ। ਹੋਰ ਨਹੀਂ, ਜਾਨਵਰ ਬੜੇ ਹੁੰਦੇ ਆ, ਕੋਈ ਜਾਨਵਰ ਦੀ ਹੈ। ਤੇ ਆਪਣੇ ਫਰਜ਼ ਬਣਦਾ, ਜੇ ਅੱਖਾਂ ਦਿੱਤੀਆਂ ਨਾ ਉਹਨੇ, ਉਹ ਤੁਸੀਂ ਇਸ ਚੀਜ਼ ਨੂੰ ਜਪ ਕੇ, ਜਦੋਂ ਉਹ ਅੱਖਾਂ ਦੇ ਨਾਲ ਚੀਜ਼ ਦਿਖਦੀ ਹੈ ਨਾ, ਅਣਗਹਿਲੀ ਕਰਦੇ ਆ। ਗੁਰਦੇਵ ਕਹਿੰਦਾ ਏ
ਹਾਏ ਹਾਏ, ਲਿਖਤ ਚ ਲਿਖੋ ਇਹਦਾ, ਮੈਨੂੰ ਪੁੱਛਣਾ। ਜਕਾਰਾ ਗੁਰੂ ਗੋਸ਼ਨਾਥ। ਗੋਸ਼ਨਾਥ ਨੇ ਵਿਧੀ ਇੱਕ ਰੱਖਿਆ ਹੋਇਆ ਖਾਤਾ, ਬਾਣੀ ਚ ਲਿਖਿਆ ਹੈ। ਉਹ ਆਂਦੇ ਜਿਹੜਾ ਬੰਦਾ ਮੇਰੀ ਸਮਝ ਦੇ ਨਾਲ ਤੁਰ ਪਿਆ, ਉਹ ਕੱਲ ਕੋਈ ਚੀਜ਼ ਦਿਖਦੀ ਹੈ, ਮੰਨ ਲਓ ਪੱਥਰ ਪਿਆ, ਪਤਾ ਵੀ ਹੈ ਇਹਦੇ ਉੱਤੇ ਲੰਘ ਦੇ ਕੋਈ ਡਿੱਗ ਸਕਦਾ ਹੈ, ਤੇ ਤੁਸੀਂ ਲੰਘ ਹੀ ਗਏ, ਕਿਉਂਕਿ ਨਹੀਂ ਡਿੱਗੇ ਕੋਈ ਗੱਲ ਨਹੀਂ, ਸਮਝ ਆ ਗਈ ਡਿੱਗ ਸਕਦਾ। ਕਹਿੰਦੇ ਨਹੀਂ ਚੱਕਿਆ, ਲਿਖੋ ਬਈ, ਲਿਖੋ ਇਹਦਾ ਖਾਤਾ ਛੱਡਣਾ ਨਹੀਂ ਨੂੰ ਹੈ। ਤੇ ਗੁਰੂਦੇਵ ਕਹਿੰਦੇ ਜੇ ਚੱਕ ਦਿੰਦਾ ਏ, ਉੱਥੋਂ ਪਰਾਂ ਕਰ ਦਿੰਦਾ ਏ, ਸਮਝ ਹੈਗੀ ਹੈ, ਮਿਲ ਗਈ, ਪਰਾਂ ਕਰਦਾ। ਗੁਰੂਦੇਵ ਫਿਰ ਕੀ ਕਹਿੰਦੇ ਆ? ਕਹਿੰਦੇ ਇੱਕ ਰੋੜਾ ਨਹੀਂ, ਕਰੋੜਾਂ ਹੀ ਦੁੱਖ, ਰੋੜਿਆਂ ਤੋਂ ਕਰੋੜਾਂ ਹੀ ਦੁੱਖ ਜਿਹੜੇ ਰੋੜੇ ਬਣ ਕੇ ਅੱਗੇ ਆਣਗੇ, ਕਹਿੰਦੇ ਮੈਂ ਆਪ ਪਰਾਂ ਕਰਕੇ ਆਊਂਗਾ। ਜੈਕਾਰਾ ਗੁਰੂ ਗੋਰਖਨਾਥ। ਹਾਏ ਹਾਏ, ਜੇ ਸਮਝ ਤੋਂ ਬਗੈਰ ਤੁਰ ਪਏ, ਮਿਲ ਕੇ ਉਹਦੀ ਸਮਝ ਨਾ ਤੁਰੇ, ਫਿਰ ਕਹਿੰਦੇ ਨਹੀਂ ਲਿਖਤ ਕਰੋ ਬਈ ਇਹਦੀ, ਪੁੱਛਣਾ ਹਾਂ ਵੀ ਯਾਦ ਕਰਾਵਾਂਗੇ ਹੈ। ਇੱਥੇ ਤੱਕ ਉਹਨੇ ਲੋਕੇਸ਼ਨ ਵੀ ਲਿਖ ਲੈਣੀ ਹੈ, ਕਿੱਥੇ ਹੀ ਹੈ, ਕਿਹੜਾ ਰੋਡ ਸੀ ਬਈ, ਕਿੱਧਰ ਨੂੰ ਗਏ ਹੀ ਹੈ। ਗਵਾਹ ਵੀ ਬੜੇ ਰੱਖਦਾ, ਫਿਰ ਗਵਾਹੀ ਬਗੈਰ ਗੱਲ ਨਹੀਂ ਕਰਦਾ ਹੈ। ਤੇ ਘਰ ਦੇ ਵਿੱਚ ਅਗਰ ਕਹਿੰਦੇ ਕੋਈ ਚੀਜ਼ ਮੰਗਦਾ ਏ ਤੇ ਸੁੱਤੇ ਹੈ ਨਹੀਂ, ਕੰਨਾਂ 'ਚ ਪਈ ਹੈ, ਤੇ ਜਿਹਨੂੰ ਆਵਾਜ਼ ਮਾਰੀ ਹੈ ਉਹ ਉੱਠਿਆ ਨਹੀਂ, ਤੇ ਉਹਨੂੰ ਹੀ ਜਗਾਉਣ 'ਚ ਲੱਗ ਗਏ। ਗੁਰੂਦੇਵ ਕਹਿੰਦੇ ਮੇਰੇ ਕੰਨ ਨਹੀਂ ਹੋ ਸਕਦੇ, ਲਿਖੋ। ਕਹਿੰਦੇ ਜੇ ਕੰਨ ਦਿੱਤੇ ਐ, ਸੁਣਿਆ ਹੈ, ਸਮਝ ਦਿੱਤੀ ਹੈ ਕਿ ਜਿਹੜਾ ਸੁਣਿਆ, ਜਿਵੇਂ ਮੈਂ ਹੁਣ ਕਹਿ ਰਿਹਾ ਸੀ, ਜਿੱਦਾਂ ਉਹ ਸੁਣਦਾ ਸੁਣਿਆ ਜਾਂਦਾ ਹੈ। ਕਹਿੰਦੇ ਫਿਰ ਉੱਠ ਕੇ ਭੱਜ ਕੇ ਕਵੇ ਉਹਨੂੰ ਰਹਿਣ ਦਿਓ ਜੀ, ਦੱਸੋ ਕੀ ਚਾਹੀਦਾ ਹੈ। ਗੁਰੂਦੇਵ ਕਹਿੰਦੇ ਉਹ ਇੱਕ ਵਾਰੀ ਉੱਠੂਗਾ ਨਾ, ਮੈਂ ਸਾਰਾ ਤਾਜੋ ਤਖਤ ਛੱਡ ਕੇ ਰੋਜ਼ ਹਜ਼ਾਰਾਂ ਕਰੋੜਾਂ ਵਾਰੀ ਉਹਦੇ ਉੱਤੇ ਆਪਣਾ ਵਾਰਨ ਨੂੰ ਤਿਆਰ ਹੈ। ਜੈਕਾਰਾ ਗੁਰੂ ਗੋਰਖਨਾਥ। ਇੱਕ ਵਾਰੀ ਉਹਦੇ ਲਈ ਉੱਠੇ, ਮੈਂ ਸਾਰੀ ਉਮਰ ਉਹਦੇ ਲਈ ਉੱਠਣ ਨੂੰ ਤਿਆਰ ਹੈ ਬਈ ਹੈ। ਤੇ ਇਹ ਸੇਵਾ ਪਰਵਲ ਤਦੀ ਬੰਨੀ ਹੈ ਬਈ, ਪਹਿਲਾਂ ਘਰ ਤੋਂ ਸਟਾਰਟ ਤਾਂ ਕਰੋ। ਜਿਹੜੇ ਤੁਹਾਡੇ ਜੰਮੇ ਆ, ਤੁਸੀਂ ਤਾਂ ਉਹਨਾਂ ਨੂੰ ਪੁੱਛ ਕੇ ਰਾਜੀ ਨਹੀਂ ਹੈ, ਜਿਨ੍ਹਾਂ ਨੇ ਪੈਦਾ ਕੀਤਾ ਉਹਨਾਂ ਦੀ ਪੁੱਛ ਨਹੀਂ ਕਰਦੇ, ਤੇ ਮਾਂ-ਪੂਰੇ ਬਾਹਰ ਦੀਆਂ ਕਿੱਧਰ ਨੂੰ ਧਿਆਨ ਕੇ ਰੱਖਦੇ ਆ। ਗੁਰੂ ਦੀ ਸੇਵਾ ਤਦ ਪਰਵਲ ਹੁੰਦੀ ਹੈ ਜੇ ਮਾਂ-ਬਾਪ ਚ ਗੁਰੂ ਗੋਸ਼ਨਾਥ ਕਹਿੰਦੇ ਆ, ਕਹਿੰਦੇ ਮੇਰੀ ਸੇਵਾ ਤਦ ਪਰਵਲ ਹੋਣੀ ਹੈ ਜੇ ਮਾਂ-ਬਾਪ ਦੀ ਸੇਵਾ ਦੇ ਵਿੱਚ ਮੇਰਾ ਰੂਪ ਦਿਖੇ। ਜੈਕਾਰਾ ਗੁਰੂ ਗੋਸ਼ਨਾਥ ਜੀ ਦਾ। ਮੇਰਾ ਰੂਪ ਜੇ ਬਜ਼ੁਰਗ ਦਿੱਤੇ ਹੈ ਨਾ ਤੁਹਾਨੂੰ, ਹੋਏ ਹੋਏ, ਤੁਹਾਨੂੰ ਚਾਹ ਹੋਣਾ ਚਾਹੀਦਾ ਹੈ, ਚਾਹ ਹੋਣਾ ਚਾਹੀਦਾ। ਗੁਰੂਦੇਵ ਨੇ ਬਾਣੀ ਚ ਦਰਜ ਕੀਤਾ ਕਿ ਗੁਰੂਦੇਵ ਨੂੰ ਮਾਂ-ਬਾਪ ਦੇ ਰੂਪ ਚ ਦੇਖਣਾ ਹੈ। ਚਾਹ ਹੋਵੇ, ਲੈ ਵੀ ਆਹ ਮਾਂ ਮਿਲੀ ਹੈ, ਗੁਰੂਦੇਵ ਨੇ ਮੈਨੂੰ ਮੌਕਾ ਦਿੱਤਾ, ਮੈਂ ਗਵਾਣਾ ਹੀ ਨਹੀਂ। ਜੈਕਾਰਾ ਗੁਰੂ ਗੋਸ਼ਨਾਥ। ਗਵਾਣਾ ਹੀ ਨਹੀਂ ਹੈ। ਤੇ ਜਿੰਨਾ ਹੋ ਸਕਦਾ ਜੁੜ ਕੇ ਰਹੇ ਕਰੋ ਵੀ ਹੈ, ਫਿਰ ਗੱਲ ਬਣਦੀ ਹੈ। ਪੁੰਨ ਦਾਨ ਦਾ ਤਾਂ ਬੜਾ ਮਹੱਤਵ ਗੁਰੂਦੇਵ ਨੇ ਦਿੱਤਾ ਹੈ।